ਅੱਜ ਦੀ ਵੀਡੀਓ ਵਿੱਚ ਅਸੀਂ ਕਰਾਂਗੇ ਕਲਾਸ 7ਵੀਂ ਦੀ ਪੰਜਾਬੀ ਦਾ ਪਾਠ ਨੰਬਰ 9 ਤੇ ਪਾਠ ਦਾ ਨਾਮ ਹੈ ਮੇਰੇ ਦਾਦੀ ਜੀ। ਬੱਚਿਓ, ਇਹ ਇੱਕ ਕਹਾਣੀ ਹੈ ਜੋ ਕਿ ਗੁਰਬਖਸ਼ ਸਿੰਘ ਪ੍ਰੀਤਲੜੀ ਦੁਆਰਾ ਲਿਖੀ ਹੋਈ ਹੈ। ਇਹਦੇ ਵਿੱਚ ਅਸੀਂ ਦਾਦੀ ਜੀ ਦੇ ਬਾਰੇ ਵਿੱਚ ਪੜ੍ਹਾਂਗੇ। ਤੇ ਚਲੋ ਕਹਾਣੀ ਨੂੰ ਪੜ੍ਹਨਾ ਸ਼ੁਰੂ ਕਰਦੇ ਹਾਂ। ਮੇਰੇ ਦਾਦੀ ਜੀ ਬੁੱਢੇ ਹਨ, ਬਹੁਤ ਬੁੱਢੇ, 90 ਤੋਂ 3 ਉੱਪਰ। 90 ਤੋਂ 3 ਉੱਪਰ ਮਤਲਬ 93 ਵਰੇ ਦੇ, ਠੀਕ ਹੈ ਨਾ। 90 ਤੋਂ 3 ਉੱਪਰ ਮੀਨਸ ਕਿ 90 ਵਿੱਚ 3 ਪਲੱਸ ਕਰ ਦਿਓ ਤਾਂ 93 ਬਣ ਜਾਏਗਾ, ਮਤਲਬ 93 ਵਰੇ ਦੇ। ਵਰੇ ਮਤਲਬ ਸਾਲਾਂ ਦੇ। ਇਹ ਛੋਟੇ ਹਨ, ਬਹੁਤ ਛੋਟੇ, ਮਸਾਂ 4 ਤੇ ਅੱਧਾ ਫੁੱਟ। ਅਤੇ ਦਾਦੀ ਜੀ ਦਾ ਕੱਦ ਕਿੰਨਾ ਹੈ? 4 ਫੁੱਟ। ਇਹ ਖੁਸ਼ ਹਨ, ਬੜੇ ਖੁਸ਼, ਜੇਕਰ ਸੁਨਹਿਰੀ ਕਿਰਨਾਂ ਚੁੰਮਿਆ ਕਵਲ। ਕਵਲ ਬੱਚੋ ਫੁੱਲ ਨੂੰ ਕਿਹਾ ਗਿਆ ਹੈ ਅਤੇ ਜੇਕਰ ਮਤਲਬ ਜਿਵੇਂ, ਠੀਕ ਹੈ। ਇਹ ਕੋਮਲ ਹਨ, ਬੜੇ ਕੋਮਲ, ਉਸ ਨਿੱਕੀ ਨਦੀ ਵਾਂਗ ਜਿਹੜੀ ਮਹਿਕਦੇ ਬਾਗ ਦੇ ਖਿੜਦੇ ਬੂਟਿਆਂ ਨੂੰ ਛੂੰਹਦੀ ਵਗਦੀ ਹੈ। ਇਹ ਇੱਕ ਪੁਰਾਤਨ ਸਿੱਖ ਦਾ ਨਮੂਨਾ ਹਨ। ਪੁਰਾਤਨ ਸਿੱਖ ਮਤਲਬ ਕਿ ਪੁਰਾਣੇ ਟਾਈਮ ਦੇ ਜਿਹੜੇ ਸਿੱਖ ਸੀਗੇ ਉਹਨਾਂ ਦਾ ਨਮੂਨਾ, ਮਤਲਬ ਕਿ ਉਹਨਾਂ ਦੇ ਵਾਂਗਰ ਹਨ। ਇਹਨਾਂ ਦੇ ਦੁਆਲੇ ਸੈਂਕੜੇ ਨਵੇਂ ਖਿਆਲ ਉੱਠਦੇ, ਇਹਨਾਂ ਨੂੰ ਛੂਹੇ ਬਿਨਾਂ ਮੁੱਕ ਜਾਂਦੇ। ਛੂਹੇ ਬਿਨਾਂ ਮਤਲਬ ਕਿ ਟੱਚ ਕੀਤੇ ਬਿਨਾਂ। ਬੱਦਲ ਕਾਲੇ ਹੋਣ ਜਾਂ ਧੁੱਪਾਂ ਲਿਸ਼ਕਦੀਆਂ ਹੋਣ, ਮੀਂਹ ਵਰਦੇ ਜਾਂ ਧਰਤੀ ਤਪਦੀ ਹੋਵੇ, ਇਹ ਪਥਰੀਲੀ ਪਹਾੜੀ ਦੀ ਸਿਖਰ ਉੱਤੇ, ਸਿਖਰ ਮਤਲਬ ਟੀਸੀ ਉੱਪਰ, ਸਭ ਤੋਂ ਉੱਚਾ ਜਿਹੜਾ ਪੁਆਇੰਟ ਹੁੰਦਾ ਹੈ ਕਿਸੇ ਵੀ ਚੀਜ਼ ਦਾ, ਉਹਨੂੰ ਸਿਖਰ ਕਹਿੰਦੇ ਨੇ। ਉੱਤੇ ਸੰਗਮਰਮਰ ਦੇ ਮੰਦਰ ਵਾਂਗ ਉਹਨਾਂ ਤਬਦੀਲੀਆਂ ਉੱਤੇ ਮੁਸਕਰਾਉਂਦੇ ਹਨ ਜਿਹੜੀਆਂ ਉਹਨਾਂ ਨੂੰ ਤਬਦੀਲ ਨਹੀਂ ਕਰਦੀਆਂ। ਤਬਦੀਲ ਮਤਲਬ ਬਦਲਣਾ। ਇਹ ਜਾਗਦੇ ਹਨ, ਇਹ ਸੌਂਦੇ ਹਨ, ਇਹ ਖਾਂਦੇ ਹਨ, ਇਹ ਵਰਤ ਰੱਖਦੇ ਹਨ, ਸਭ ਨੂੰ ਧਰਮ ਸਮਝ ਕੇ। ਕੰਮ ਕਰਦੇ ਹਨ ਧਰਮ ਸਮਝ ਕੇ, ਆਰਾਮ ਕਰਦੇ ਹਨ ਧਰਮ ਸਮਝ ਕੇ। ਇਹਦਾ ਕਹਿਣ ਦਾ ਮਤਲਬ ਹੈ ਕਿ ਦਾਦੀ ਜੀ ਜੋ ਵੀ ਕੰਮ ਕਰਦੇ ਨੇ ਉਹ ਉਸ ਕੰਮ ਨੂੰ ਆਪਣਾ ਧਰਮ ਸਮਝਦੇ ਨੇ। ਇਹਨਾਂ ਲਈ ਧਰਮ ਕੋਈ ਸਿਧਾਂਤ ਨਹੀਂ, ਕੋਈ ਅਕੀਦਾ ਨਹੀਂ, ਸਮੁੱਚਾ ਜੀਵਨ ਹੈ। ਅਕੀਦਾ ਮਤਲਬ ਕੋਈ ਧਾਰਮਿਕ ਪੁਸਤਕ ਜਾਂ ਧਾਰਮਿਕ ਵਿਸ਼ਵਾਸ। ਇਹਨਾਂ ਦੇ ਸੁਭਾਅ ਵਿੱਚ ਧਰਮ ਦੇ ਮਿੱਠੇ ਮਿੱਠੇ ਭਰਮਾਂ ਦੀ ਪਵਿੱਤਰ ਹੈ। ਕਦੇ ਕੋਈ ਮਹਿਮਾਨ ਘਰੋਂ ਅਸੰਤੁਸ਼ਟ ਚਲਾ ਜਾਵੇ ਜਾਂ ਕਿਸੇ ਫਕੀਰ ਦਾ ਨਿਰਾਦਰ ਹੋ ਜਾਵੇ ਤਾਂ ਇਹਨਾਂ ਨੂੰ ਚੰਗਾ ਨਹੀਂ ਲੱਗਦਾ। ਅਸੰਤੁਸ਼ਟ ਮਤਲਬ ਅਨਸੈਟਿਸਫਾਈ। ਇਹ ਹਰ ਪੂਰਨ ਚੰਨ ਸਮੇਂ ਵਰਤ ਰੱਖਦੇ ਹਨ, ਚੰਗੇ ਸ਼ਗਨਾਂ ਵਿੱਚ ਵਿਸ਼ਵਾਸ ਰੱਖਦੇ ਹਨ, ਘਰੋਂ ਜਾਂਦੇ ਕਿਸੇ ਨੂੰ ਨਾਰਾਜ਼ ਨਹੀਂ ਹੋਣ ਦਿੰਦੇ, ਮਿੱਠੇ ਮੁਸਕਰਾਉਂਦੇ, ਗੁੱਸੇ ਤੋਂ ਬਿਲਕੁਲ ਖਾਲੀ ਹਨ। ਮਤਲਬ ਕਿ ਦਾਦੀ ਜੀ ਦਾ ਜਿਹੜਾ ਸੁਭਾਅ ਹੈ ਉਹ ਬੜਾ ਹੀ ਵਧੀਆ ਹੈ ਅਤੇ ਦਾਦੀ ਜੀ ਨੂੰ ਕਦੇ ਵੀ ਗੁੱਸਾ ਨਹੀਂ ਆਉਂਦਾ। ਅਤੇ ਦਾਦੀ ਜੀ ਇਸ ਗੱਲ 'ਚ ਵਿਸ਼ਵਾਸ ਰੱਖਦੇ ਨੇ ਕਿ ਘਰੋਂ ਜਿਹੜਾ ਵੀ ਕੋਈ ਜਾ ਰਿਹਾ ਹੈ ਉਹ ਖੁਸ਼ੀ ਖੁਸ਼ੀ ਜਾਵੇ। ਇਹਨਾਂ ਦੇ ਪ੍ਰਾਰਥਨਾ ਕਮਰੇ ਵਿੱਚ ਇੱਕ ਸਾਦੀ ਦਰੀ ਵਿਛੀ ਹੈ, ਵਿਚਕਾਰ ਇੱਕ ਰੰਗੀਲਾ ਪੀੜਾ ਡੱਠਾ ਹੈ, ਉਹਦੇ ਉੱਤੇ ਪੂਜੇ ਗ੍ਰੰਥ ਸਾਹਿਬ ਬਿਰਾਜਮਾਨ ਹਨ। ਬਿਰਾਜਮਾਨ ਮਤਲਬ ਬੈਠੇ ਹੋਏ ਨੇ। ਇਸ ਮੁਤਬਰ ਕਮਰੇ ਵਿੱਚ ਫਰਸ਼ ਤੇ ਚਾਂਦੀ ਦੀ ਧੂਫਦਾਨ ਵਿੱਚ ਧੂਫ ਧੁਖਦਾ ਹੈ। ਇਹ ਇੰਨੇ ਗੀਤ ਗਾ ਸਕਦੇ ਹਨ, ਇੰਨੀਆਂ ਕਹਾਣੀਆਂ ਸੁਣਾ ਸਕਦੇ ਹਨ ਕਿ ਅਸੀਂ ਜਦੋਂ ਬੱਚੇ ਸਾਂ ਕਿੰਨੀ ਕਿੰਨੀ ਰਾਤ ਜਿਵੇਂ ਕਿਸੇ ਜਾਦੂ ਨਾਲ ਮੂੰਹ ਅੱਖਾਂ ਖੋਲ੍ਹੀ ਹੁੰਗਾਰੇ ਦਿੰਦੇ ਤੋਂ ਅੱਗੇ ਕੀ ਹੋਇਆ ਪੁੱਛਦੇ ਰਹਿੰਦੇ ਸਾਂ। ਕਹਾਣੀਆਂ ਹਰ ਕਿਸਮ ਦੀਆਂ, ਪਰੀਆਂ ਦੀਆਂ, ਬਹਾਦਰਾਂ ਦੀਆਂ। ਸਭ ਤੋਂ ਸੋਹਣੀ ਉਸ ਮੋਹਣੀ ਸ਼ਹਿਜ਼ਾਦੀ ਦੀ ਕਹਾਣੀ ਜਿਹਦੇ ਮੂੰਹੋਂ ਫੁੱਲ ਕਿਰਦੇ ਸਨ। ਕਿਰਦੇ ਮਤਲਬ ਡਿੱਗਦੇ। ਜਦੋਂ ਉਹ ਹੱਸਦੀ ਸੀ ਅਤੇ ਮੂੰਹ ਤੋਂ ਡਿੱਗਿਆ ਹਰ ਫੁੱਲ ਬੂਟਾ ਬਣ ਜਾਂਦਾ ਸੀ। ਥੋੜ੍ਹੇ ਚਿਰ ਵਿੱਚ ਹੀ ਉਸਦਾ ਸਾਰਾ ਰਾਜ ਸੋਹਣੇ ਬਾਗਾਂ ਨਾਲ ਭਰਿਆ ਗਿਆ ਸੀ। ਇਹ ਕੁਦਰਤ ਦਾ ਬੜਾ ਸਤਿਕਾਰ ਕਰਦੇ ਸਨ। ਸਤਿਕਾਰ ਹੀ ਨਹੀਂ, ਬੜਾ ਪਿਆਰ ਕਰਦੇ ਹਨ। ਜਦੋਂ ਬਿਜਾਈ ਦੀ ਰੁੱਤ ਆਉਂਦੀ ਹੈ ਅਤੇ ਕਿਸਾਨ ਆਪਣੇ ਹੱਲਾਂ ਨਾਲ ਧਰਤੀ ਮਾਤਾ ਦੀਆਂ ਵੱਖਰੀਆਂ ਕੁੱਤ-ਕੁਰੋਤਾਂ ਦੇ ਸੁਨਹਿਰੀ ਬੀਜ ਪੋਲੀਆਂ ਤਹੀਆਂ ਵਿੱਚ ਲੁਕਾਉਂਦੇ ਹਨ ਅਤੇ ਆਸ ਰੱਖਦੇ ਹਨ ਕਿ ਧਰਤੀ ਮਾਤਾ ਲਹਿਰਾਉਂਦੀਆਂ ਫਸਲਾਂ ਵਿੱਚ ਹੱਸੇਗੀ। ਉਦੋਂ ਮੇਰੀ ਦਾਦੀ ਜੀ ਆਪਣੇ ਕਮਰੇ ਦੇ ਇੱਕ ਆਲੇ ਵਿੱਚ, ਆਲਾ ਬੱਚੋ ਹੁੰਦਾ ਹੈ ਕਿ ਜਿਹੜਾ ਕੰਧ ਦੇ ਵਿੱਚ ਇੱਕ ਮੋਰਾ ਬਣਾਇਆ ਜਾਂਦਾ ਹੈ ਕੋਈ ਸਮਾਨ ਰੱਖਣ ਨੂੰ, ਉਹਨੂੰ ਆਲਾ ਕਹਿੰਦੇ ਨੇ। 94 ਦਾਣੇ ਕਣਕ ਦੇ ਬੀਜ ਬੀਜਦੇ ਹਨ। ਇਹਨੂੰ ਪਾਣੀ ਦਿੰਦੇ, ਨਾਲ ਕੂਲੀਆਂ ਹਰੀਆਂ ਚੁੰਝਾਂ ਨੂੰ ਉੱਚਾ ਹੁੰਦੇ ਵੇਖਦੇ। ਹਰੀ ਖੇਤਰੀ ਦੇ ਸਾਹਮਣੇ ਇਹ ਰੋਜ਼ ਜੋਤ ਜਗਾਉਂਦੇ ਹਨ।
ਮੱਥਾ ਟੇਕਦੇ ਤੇ ਪ੍ਰਾਰਥਨਾ ਕਰਦੇ ਹਨ। ਤੇ ਬੱਚਿਓ ਇੱਥੇ ਹਰੀ ਖੇਤਰੀ ਯੂਜ਼ ਕੀਤਾ ਗਿਆ ਵਾ ਕਿ ਜਦੋਂ ਕੰਜਕਾਂ ਆਉਂਦੀਆਂ ਨੇ, ਜਦੋਂ ਨਵਰਾਤਰੇ ਆਉਂਦੇ ਨੇ ਤੇ ਉਦੋਂ ਜਿਹੜੀ ਖੇਤਰੀ ਆ ਉਹ ਬੀਜੀ ਜਾਂਦੀ ਹੈ। ਕਣਕਾਂ ਦੇ ਜਿਹੜੇ ਬੀਜ ਹੈਗੇ ਆ ਉਹਨਾਂ ਨੂੰ ਬੀਜਿਆ ਜਾਂਦਾ ਵਾ ਤੇ ਉਹਨਾਂ ਦਾ ਬਾਅਦ ਵਿੱਚ ਉਹਨਾਂ ਦੀ 9 ਦਿਨ ਉਹਨਾਂ ਦੀ ਪੂਜਾ ਕੀਤੀ ਜਾਂਦੀ ਹੈ। ਕੁਝ ਦਿਨਾਂ ਬਾਅਦ ਬੜੇ ਆਦਰ ਨਾਲ ਇੱਕ ਇੱਕ ਡਾਲ ਨੂੰ ਪੁੱਟਦੇ ਤੇ ਉਹਨਾਂ ਨਾਲ ਗੱਲਾਂ ਕਰਦੇ ਹਨ। ਫਿਰ ਸੁੱਖਾ ਮੰਗਦੇ ਇਹ ਖੇਤਰੀ ਨੂੰ ਪਾਣੀ ਵਿੱਚ ਪ੍ਰਵਾਹ ਕਰ ਦਿੰਦੇ ਹਨ। ਪ੍ਰਵਾਹ ਕਰ ਦੇਣਾ ਮਤਲਬ ਪਾਣੀ ਦੇ ਵਿੱਚ ਬਹਾ ਦੇਣਾ। ਘਰ ਮੁੜ ਕੇ ਇਹ ਗੁਆਂਢੀ ਘਰਾਂ ਦੀਆਂ ਕੰਜਕਾਂ ਨੂੰ ਬੁਲਾਉਂਦੇ ਹਨ। ਕੰਜਕਾਂ ਮਤਲਬ ਕੁੜੀਆਂ। ਉਹਨਾਂ ਦੇ ਪੈਰ ਧੋਂਦੇ ਹਨ, ਉਹਨਾਂ ਅੱਗੇ ਸਿਰ ਝੁਕਾਉਂਦੇ ਹਨ, ਉਹਨਾਂ ਨੂੰ ਪਿਆਰ ਨਾਲ ਪਕਾਈਆਂ ਚੀਜ਼ਾਂ ਖਵਾਉਂਦੇ ਹਨ। 85 ਵਰ੍ਹੇ ਦੀ ਉਮਰ ਤੱਕ ਕੰਜਕਾਂ ਦਾ ਖਾਣਾ ਇਹ ਆਪਣੇ ਹੱਥੀਂ ਤਿਆਰ ਕਰਦੇ ਰਹੇ ਹਨ। 85 ਵਰ੍ਹੇ ਮਤਲਬ 85 ਈਅਰਸ ਤੱਕ ਉਹ ਜਿਹੜੇ ਕੰਜਕਾਂ ਦਾ ਜਿਹੜੀਆਂ ਘਰ ਕੁੜੀਆਂ ਬਣਾਉਂਦੇ ਸੀਗੇ ਉਹਨਾਂ ਨੂੰ ਆਪਣੇ ਹੱਥੀਂ ਤਿਆਰ ਕਰਕੇ ਜਿਹੜਾ ਖਾਣਾ ਸੀਗਾ ਉਹ ਖਵਾਉਂਦੇ ਸੀ। ਹਰ ਰੋਜ਼ ਚੜ੍ਹਦੇ ਸੂਰਜ ਨੂੰ ਇਹ ਮੱਥਾ ਟੇਕਦੇ ਹਨ ਤੇ ਹਰ ਸ਼ਾਮ ਨੀਲੇ ਆਕਾਸ਼ ਨੂੰ। ਰਾਤੀ ਕਦੇ ਚੰਦ ਨੂੰ, ਕਦੇ ਧਰੂ ਤਾਰੇ ਨੂੰ ਹੱਥ ਜੋੜਦੇ ਹਨ। ਕਹਿੰਦੇ ਹਨ ਇਹ ਧਰੂ ਸੱਤ ਵਾਂਗ ਅਟਲ ਖੜੋਤਾ ਹੈ। ਸੱਤ ਮਤਲਬ ਸੱਚ ਦੇ ਵਾਂਗਰ। ਨਵਾਂ ਚੰਨ ਇਹਨਾਂ ਦਾ ਪਿਆਰਾ ਹੈ। ਜਦੋਂ ਇਹ ਚੜ੍ਹਨਾ ਹੁੰਦਾ ਹੈ ਇਹ ਧੁਰ ਕੋਠੇ 'ਤੇ ਚੜ੍ਹ ਜਾਂਦੇ ਹਨ। ਧੁਰ ਕੋਠੇ ਮਤਲਬ ਕੋਠੇ ਦੇ ਉੱਪਰ ਜਿਹੜਾ ਲਾਸਟ ਵਾਲਾ ਕੋਠਾ ਹੁੰਦਾ ਹੈ ਤੇ ਆਪਣੀ ਨਿਰਬਲ ਅੱਖਾਂ ਨਾਲ ਘੁਸਮੈਲੇ ਬੱਦਲਾਂ ਦੀਆਂ ਚਿੱਟੀਆਂ ਕਣੀਆਂ 'ਚੋਂ ਚਾਂਦੀ ਕਮਾਨ ਦੀ ਧਾਰ ਢੂੰਡਦੇ ਹਨ। ਚਾਂਦੀ ਕਮਾਨ ਦੀ ਧਾਰ ਮਤਲਬ ਜਿਹੜਾ ਚੰਦਰਮਾ ਵਾ ਉਹਦੀ ਝਲਕ। ਜਿਸ ਕਮਾਨ ਨੂੰ ਇਹ ਖਿਆਲ ਕਰਦੇ ਹਨ ਕਿ ਬੱਦਲ ਆਪਣੀਆਂ ਕਾਲੀਆਂ ਝੋਲੀਆਂ ਵਿੱਚ ਲੁਕਾ ਸਾਂਭਦੇ ਹਨ। ਮਤਲਬ ਕਿ ਜਿਸਲੇ ਜਿਹੜਾ ਚੰਦਰਮਾ ਵਾ ਉਹ ਬੱਦਲ ਦੇ ਵਿੱਚ ਲੁਕ ਜਾਂਦਾ ਹੈ ਤੇ ਉਦੋਂ ਦਾਦੀ ਜੀ ਉੱਪਰ ਚੜ੍ਹ ਕੇ, ਛੱਤ ਉੱਪਰ ਚੜ੍ਹ ਕੇ ਉਸ ਬੱਦਲ ਦੇ ਵਿੱਚੋਂ ਚੰਦਰਮਾ ਨੂੰ ਲੱਭਦੇ ਹਨ। ਕਿਸੇ ਕੋਠੇ ਤੋਂ ਆਵਾਜ਼ ਆਉਂਦੀ ਹੈ, ਉਹਨਾਂ ਬੱਦਲਾਂ ਦੇ ਉੱਤੇ ਮੇਰੇ ਦਾਦੀ ਜੀ ਕਾਲੇ ਪੈ ਜਾਂਦੇ ਨੇ ਤੇ ਕੰਬ ਦੀ ਆਵਾਜ਼ ਸਾਰੇ ਬੱਚਿਆਂ ਨੂੰ ਆਵਾਜ਼ਾਂ ਮਾਰਦੇ ਹਨ। ਅਸੀਂ ਉਹਨਾਂ ਦੇ ਪਿੱਛੇ ਖੜੋ ਜਾਂਦੇ ਹਾਂ। ਅਸੀਂ ਉਹਨਾਂ ਦੀਆਂ ਬਾਹਾਂ ਫੜ ਕੇ ਸਿੱਧਾ ਬੰਨ੍ਹਦੇ ਹਨ। ਸਿੱਧਾ ਮਤਲਬ ਸਹਾਰਾ। ਅਸੀਂ ਸਾਰੇ ਕਹਿੰਦੇ ਹਾਂ ਓ ਬੇਬੇ ਜੀ ਉਹ ਹਰ ਪਾਸੇ ਅੱਖਾਂ ਫੇਰਦੇ ਹਨ ਪਰ ਉਹਨਾਂ ਦੇ ਮਨ ਦਾ ਪਿਆਰਾ ਉਹਨਾਂ ਨੂੰ ਨਹੀਂ ਦਿਸਦਾ। ਇੱਥੇ ਗੱਲ ਹੋ ਰਹੀ ਹੈ ਚੰਦਰਮਾ ਦੀ ਕਿ ਉਹ ਚੰਦਰਮਾ ਨੂੰ ਲੱਭਦੇ ਨੇ ਤੇ ਜਿੱਥੇ ਗੁਆਂਢੀ ਦੇ ਘਰੋਂ ਆਵਾਜ਼ ਆਉਂਦੀ ਹੈ ਕਿ ਉਹ ਚੰਦ ਚੜ੍ਹ ਗਿਆ ਵਾ ਤੇ ਦਾਦੀ ਜੀ ਚੰਦਰਮਾ ਨੂੰ ਲੱਭਣ ਦੀ ਕੋਸ਼ਿਸ਼ ਕਰਦੇ ਨੇ। ਉਹ ਕਹਿੰਦੇ ਹਨ ਕਿੱਥੇ ਮੇਰੇ ਜੀਣ ਜੋਗਿਓ ਮੈਨੂੰ ਨਹੀਂ ਲੱਭਦਾ। ਮੇਰੀਆਂ ਅੱਖਾਂ ਤਾਂ ਬੁੱਢੀਆਂ ਹੋ ਗਈਆਂ ਨੇ ਕਿ ਹੁਣ ਮੈਨੂੰ ਚੰਦ ਨਹੀਂ ਲੱਭਿਆ ਕਰੂਗਾ। ਅਖੀਰ ਬੱਦਲਾਂ ਦੇ ਉੱਪਰ ਜਦੋਂ ਚੰਨ ਮੁਖੜਾ ਸਾਫ਼ ਲਿਸ਼ਕ ਪੈਂਦਾ ਹੈ ਉਹਨੂੰ ਵੀ ਝੋਲਾ ਪੈ ਜਾਂਦਾ ਹੈ ਤੇ ਬਾਲਾਂ ਵਰਗੀ ਖੁਸ਼ੀ ਨਾਲ ਉਹ ਕੰਬਣ ਲੱਗ ਪੈਂਦੇ ਤੇ ਗਾਉਂਦੇ ਹਨ। ਝੋਲਾ ਮਤਲਬ ਕਿ ਪਰਛਾਵਾਂ ਉਹਨਾਂ ਨੂੰ ਇੱਕਦਮ ਮੀਨਸ ਕਿ ਦਿਖਣਾ ਸ਼ੁਰੂ ਹੋ ਜਾਂਦਾ ਚੰਦਰਮਾ ਕਿ ਜਿਸ ਤਰ੍ਹਾਂ ਚੰਦਰਮਾ ਨਿਕਲ ਪਿਆ ਵਾ। ਪਾਣੀ ਦਾ ਛਿੱਟਾ ਸੁੱਟ ਕੇ ਬਾਲ ਚੰਨ ਦਾ ਮੂੰਹ ਧੋਣ ਲਈ, ਮਠਿਆਈਆਂ ਦੇ ਭੂਰੇ ਨੂੰ ਸੁੱਟਦੇ ਨਵ ਜੰਮੇ ਨੂੰ ਖਵਾਉਣ ਲਈ। ਫਿਰ ਉਹ ਮੂੰਹ ਵਿੱਚੋਂ ਪ੍ਰਾਰਥਨਾ ਕਰਦੇ ਤੇ ਇੱਕ ਇੱਕ ਦਾ ਮੂੰਹ ਚੁੰਮਦੇ ਤੇ ਅਸੀਸ ਦਿੰਦੇ ਹਨ। ਵੱਡੀ ਉਮਰ ਹੋਵੇ, ਜਵਾਨੀਆਂ ਮਾਣੋ। ਉੱਤੋਂ ਉੱਤਰ ਖੁਸ਼ੀ ਨਾਲ ਕੰਬਦੇ ਉਹ ਕਮਰੇ ਜਾਂਦੇ ਤੇ ਜਿਹੜਾ ਲੱਭੇ ਉਸਨੂੰ ਅਸੀਸ ਦਿੰਦੇ ਹਨ। ਇਹ ਖੂਬਸੂਰਤ ਦਾਦੀ ਮਾਤਾ 100 ਵਰ੍ਹਿਆਂ ਦੀ ਉਮਰ ਭੋਗ ਕੇ ਪੂਰੀ ਹੋ ਗਈ। ਪੂਰੀ ਹੋਣ ਤੋਂ ਅਖੀਰਲਾ 1 ਮਹੀਨਾ ਇਹ ਮੰਜੇ 'ਤੇ ਪਏ ਪਰ ਇਹਨਾਂ ਆਪਣੀ ਪੀੜ ਦਾ ਪਾਰ ਕਿਸੇ 'ਤੇ ਨਹੀਂ ਪਾਇਆ। ਜਦੋਂ ਕਿਸੇ ਹਾਲ ਪੁੱਛਿਆ ਇਹਨਾਂ ਹੱਸ ਕੇ ਚੰਗਾ ਹੀ ਆਖਿਆ। ਇਹਨਾਂ ਦੀ ਫੋੜੀ ਉੱਤੇ ਕਈਆਂ ਨੇ, ਫੋੜੀ ਮਤਲਬ ਜਦੋਂ ਕਿਸੇ ਦੀ ਡੈਥ ਹੋ ਜਾਂਦੀ ਹੈ ਤੇ ਅਫਸੋਸ ਕਰਨ ਜਿਹੜੇ ਆਉਂਦੇ ਆ ਉਹਨਾਂ ਵਾਸਤੇ ਥੱਲੇ ਦਰੀ ਵਿਛਾਈ ਜਾਂਦੀ ਹੈ ਤੇ ਉਸ ਨੂੰ ਫੋੜੀ ਕਿਹਾ ਗਿਆ ਹੈ। ਇਹਨਾਂ ਦੀ ਫੋੜੀ ਉੱਤੇ ਕਈਆਂ ਨੇ ਇਹਨਾਂ ਦੀਆਂ ਉਹ ਗੱਲਾਂ ਦੱਸੀਆਂ ਜਿਹੜੀਆਂ ਉਹਨਾਂ ਆਪਣੇ ਘਰਦਿਆਂ ਨਾਲ ਨਹੀਂ ਸਨ ਕੀਤੀਆਂ। ਹਰ ਕਿਸੇ ਦਾ ਖਿਆਲ ਸੀ ਬੇਬੇ ਦੇ ਭੇਤ ਬੇਬੇ ਨੇ ਆਪਣੇ ਜ਼ਿਹਨ ਵਿੱਚ ਸਾਂਭੇ ਹੋਏ ਹਨ। ਜ਼ਿਹਨ ਮਤਲਬ ਆਪਣੇ ਮਨ ਦੇ ਅੰਦਰ। ਪਰ ਫੋੜੀ ਉੱਤੇ ਜਦੋਂ 13 ਦਿਨ ਹਰ ਕਿਸੇ ਨੇ ਆਪਣੀਆਂ ਯਾਦਾਂ ਨੰਗੀਆਂ ਕਰ ਵਿਖਾਈਆਂ ਤਾਂ ਮੈਨੂੰ ਜਾਪਿਆ ਉਹ ਦਾਦੀ ਮੇਰੀ ਹੀ ਨਹੀਂ ਸਗੋਂ ਉਹ ਇਨਸਾਨੀ ਦਿਲਾਂ ਦਾ ਬੈਂਕ ਸੀ। ਤੇ ਬੱਚਿਓ ਇਹਦੇ ਨਾਲ ਸਾਡੀ ਕਹਾਣੀ ਖਤਮ ਹੁੰਦੀ ਹੈ। ਇਸ ਕਹਾਣੀ ਦੇ ਵਿੱਚ ਦਾਦੀ ਜੀ ਬਾਰੇ ਬੜਾ ਹੀ ਸੋਹਣਾ ਲਿਖਿਆ ਹੋਇਆ ਸੀਗਾ। ਇਸ ਪਾਠ ਦਾ ਅਭਿਆਸ ਮੈਂ ਆਪਣੇ ਚੈਨਲ ਉੱਪਰ ਪਾ ਦਿੱਤਾ ਹੋਇਆ ਹੈ ਅਤੇ ਤੁਸੀਂ ਉਸ ਨੂੰ ਜਾ ਕੇ ਵੇਖ ਸਕਦੇ ਹੋ। ਤੇ ਮਿਲਦੇ ਹਾਂ ਨੈਕਸਟ ਵੀਡੀਓ 'ਚ।